ਤੁਸੀਂ ਦੇਖ ਰਹੇ ਹੋ ਪੰਜਾਬੀ ਵਾਈਟ ਬੋਰਡ ਚੈਨਲ। ਪੇਸ਼ ਹੈ ਲੇਖ ਵਾਰ ਕਾਵਧਾਰਾ। ਸਤਿ ਸ੍ਰੀ ਅਕਾਲ ਜੀ। ਪੰਜਾਬੀ ਵਾਈਟ ਬੋਰਡ ਚੈਨਲ ਤੇ ਆਪ ਜੀ ਦਾ ਸਵਾਗਤ ਹੈ। ਅੱਜ ਦੀ ਸਾਡੀ ਵੀਡੀਓ ਦਾ ਵਿਸ਼ਾ ਹੈ ਵਾਰ ਕਾਵਧਾਰਾ। ਇਸ ਵਿਸ਼ੇ ਤੇ ਲੇਖ ਹੋਵੇਗਾ ਤੇ ਉਸ ਤੋਂ ਬਾਅਦ ਇਸ ਵਿਸ਼ੇ ਤੇ ਆਧਾਰਿਤ ਪ੍ਰਸ਼ਨ ਉੱਤਰ ਹੋਣਗੇ। ਸਭ ਤੋਂ ਪਹਿਲਾਂ ਲੇਖ ਵਾਰ ਕਾਵਧਾਰਾ, ਇਸ ਦਾ ਅਰਥ ਤੇ ਇਸ ਦੀਆਂ ਵਿਸ਼ੇਸ਼ਤਾਵਾਂ। ਪੰਜਾਬ ਦੀ ਭੂਗੋਲਿਕ ਸਥਿਤੀ ਕਾਰਨ ਇੱਥੇ ਸਦਾ ਜੰਗਾਂ ਯੁੱਧਾਂ ਦਾ ਮਾਹੌਲ ਬਣਿਆ ਰਿਹਾ। ਇੱਥੋਂ ਦੇ ਲੋਕਾਂ ਨੂੰ ਹਮਲਾਵਰਾਂ ਦਾ ਸਾਹਮਣਾ ਕਰਨ ਲਈ ਤਿਆਰ ਰਹਿਣਾ ਪੈਂਦਾ ਸੀ, ਜਿਸ ਕਾਰਨ ਇੱਥੋਂ ਦੇ ਸੂਰਮਿਆਂ ਦੀ ਤਾਕਤ ਦੀਆਂ ਕਥਾਵਾਂ ਨੂੰ ਕਾਵਿ ਰੂਪ ਵਿੱਚ ਪਰੋ ਕੇ ਗਾਉਣ ਦੀ ਇੱਕ ਲੰਮੀ ਪਰੰਪਰਾ ਮੌਜੂਦ ਹੈ। ਵੀਰ ਕਾਵਿ ਦੋ ਪ੍ਰਮੁੱਖ ਕਾਵਿ ਰੂਪਾਂ ਵਿੱਚ ਰਚਿਆ ਮਿਲਦਾ ਹੈ, ਇੱਕ ਹੈ ਵਾਰ ਤੇ ਦੂਜਾ ਜੰਗਨਾਮਾ। ਵੀਰ ਕਾਵਧਾਰਾ ਦੀ ਵਾਰ ਕਾਵਿ ਪਰੰਪਰਾ ਬਹੁਤ ਪੁਰਾਣੀ ਹੈ। ਇਹਨਾਂ ਵਾਰ ਰਚਨਾਵਾਂ ਵਿੱਚ ਬਹਾਦਰ ਯੋਧਿਆਂ ਦੀ ਯੁੱਧ ਕਲਾ ਤੇ ਬਹਾਦਰੀ ਦਾ ਯਸ਼ ਗਾਇਨ ਕੀਤਾ ਗਿਆ ਹੈ ਅਤੇ ਉਹਨਾਂ ਨੂੰ ਯੁੱਧ ਭੂਮੀ ਵਿੱਚ ਜੂਝਣ ਦੀ ਪ੍ਰੇਰਨਾ ਦੇਣ ਲਈ ਉਤਸ਼ਾਹਿਤ ਵੀ ਕੀਤਾ ਗਿਆ ਹੈ। ਪੰਜਾਬੀ ਸਾਹਿਤ ਦੀਆਂ ਪਹਿਲੀਆਂ ਵਾਰਾਂ ਪੇਸ਼ੇਵਾਰ ਢਾਡੀ ਜਾਂ ਭੱਟ, ਮਰਾਸੀ, ਡੂਮ ਆਦਿ ਜਾਤਾਂ ਦੇ ਗਾਇਕ ਕਲਾਕਾਰ ਦੁਆਰਾ ਗਾਏ ਜਾਣ ਦਾ ਰਿਵਾਜ ਸੀ ਤੇ ਇਹ ਰਿਵਾਜ ਅੱਜ ਤੱਕ ਚੱਲਿਆ ਆ ਰਿਹਾ ਹੈ। ਅੱਜ ਤੱਕ ਇਹਨਾਂ ਦੀਆਂ ਮੰਡਲੀਆਂ ਚੱਲੀਆਂ ਆਉਂਦੀਆਂ ਹਨ। ਇਸ ਵਿੱਚ ਬਹਾਦਰ ਨਾਇਕ ਦੀ ਬਹਾਦਰੀ ਦੀ ਪ੍ਰਸ਼ੰਸਾ ਕਰਦੇ ਹੋਏ ਯੁੱਧ ਦਾ ਬਿਰਤਾਂਤ ਸਿਰਜਿਆ ਜਾਂਦਾ ਹੈ। ਵਾਰ ਨੂੰ ਆਮ ਇਕੱਠਾਂ ਵਿੱਚ ਗਾ ਕੇ ਲੋਕਾਂ ਦਾ ਮਨ ਪਰਚਾਵਾ ਕਰਨ ਦੇ ਨਾਲ ਬਹਾਦਰਾਂ ਦੀ ਬਹਾਦਰੀ ਦੀਆਂ ਵਾਰਾਂ ਬਣਾ ਕੇ ਉਹਨਾਂ ਤੋਂ ਇਨਾਮ ਪ੍ਰਾਪਤ ਕਰਨਾ ਵੀ ਰਿਹਾ ਹੈ। ਦੂਜਾ, ਅਜਿਹੀਆਂ ਵੀਰ ਰਸੀ ਰਚਨਾਵਾਂ ਰਾਹੀਂ ਯੋਧਿਆਂ ਦੇ ਯੁੱਧ ਭੂਮੀ ਵਿਚਲੇ ਕਾਰਨਾਮੇ ਸੁਣਾ ਕੇ ਲੋਕਾਂ ਵਿੱਚ ਵੀਰ ਰਸੀ ਉਤਸ਼ਾਹ ਭਰ ਕੇ ਜ਼ੁਲਮ ਦੇ ਖਿਲਾਫ ਖੜੇ ਰਹਿਣ ਦੀ ਪ੍ਰੇਰਨਾ ਵੀ ਦਿੱਤੀ ਜਾਂਦੀ ਰਹੀ ਹੈ। ਵੀਰ ਰਸੀ ਕਾਵਿ ਦਾ ਦੂਜਾ ਰੂਪ ਜੰਗਨਾਮਾ ਹੈ। ਜੰਗਨਾਮਾ ਕਾਵਿ ਰੂਪ ਦਾ ਪ੍ਰਵੇਸ਼ ਪੰਜਾਬੀ ਸਾਹਿਤ ਵਿੱਚ ਫਾਰਸੀ ਸਾਹਿਤ ਦੇ ਪ੍ਰਭਾਵ ਕਾਰਨ ਹੋਇਆ ਤੇ ਮੁਸਲਮਾਨ ਕਵੀਆਂ ਦੁਆਰਾ ਇਹਨਾਂ ਦੀ ਰਚਨਾ ਹੋਈ ਮਿਲਦੀ ਹੈ। ਬਾਅਦ ਵਿੱਚ ਹਿੰਦੂ ਅਤੇ ਸਿੱਖ ਕਵੀਆਂ ਨੇ ਵੀ ਇਸ ਕਾਵਿ ਰੂਪ ਨੂੰ ਸਿੱਖ ਇਤਿਹਾਸ ਨਾਲ ਸੰਬੰਧਿਤ ਯੁੱਧ ਵਿਚਲੀਆਂ ਘਟਨਾਵਾਂ ਲਿਖਣ ਲਈ ਪ੍ਰਯੋਗ ਕੀਤਾ। ਵਾਰ ਸਾਹਿਤ ਦੇ ਇਤਿਹਾਸ ਵਿੱਚ ਗੁਰੂ ਨਾਨਕ ਕਾਲ ਤੱਕ ਲੋਕ ਵਾਰਾਂ ਬਹੁਤ ਪ੍ਰਚਲਿਤ ਹੋ ਚੁੱਕੀਆਂ ਸਨ। ਫਿਰ ਗੁਰੂਆਂ ਦੁਆਰਾ ਵਾਈ ਅਧਿਆਤਮਿਕ ਵਾਰਾਂ ਦੀ ਰਚਨਾ ਮਿਲਦੀ ਹੈ, ਜਿਨ੍ਹਾਂ ਨੂੰ ਉਹਨਾਂ ਨੇ ਉਸ ਸਮੇਂ ਪ੍ਰਚਲਿਤ ਲੋਕ ਵਾਰਾਂ ਤੇ ਗਾਉਣ ਦਾ ਹੀ ਹੁਕਮ ਕੀਤਾ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਵਾਰ ਕਾਵਿ ਉਸ ਸਮੇਂ ਕਾਫੀ ਪ੍ਰਭਾਵਸ਼ਾਲੀ ਕਾਵਿ ਰੂਪ ਵਿੱਚ ਮੌਜੂਦ ਸੀ। ਗੁਰੂ ਘਰ ਨਾਲ ਜੁੜੇ ਕਵੀ ਭਾਈ ਗੁਰਦਾਸ ਦੀਆਂ 39 ਅਧਿਆਤਮਿਕ ਵਾਰਾਂ ਵੀ ਪ੍ਰਚਲਿਤ ਹਨ। ਵਾਰ ਸਾਹਿਤ ਵਿੱਚ ਸਰਵੋਤਮ ਰਚਨਾ ਗੁਰੂ ਗੋਬਿੰਦ ਸਿੰਘ ਜੀ ਦੀ ਚੰਡੀ ਦੀ ਵਾਰ ਹੈ। ਫਿਰ ਉਸ ਤੋਂ ਬਾਅਦ ਨਜਾਬਤ ਦੁਆਰਾ ਨਾਦਰ ਸ਼ਾਹ ਦੀ ਵਾਰ ਰਚੀ ਗਈ ਤੇ ਫਿਰ ਪੀਰ ਮੁਹੰਮਦ ਦੀ ਚੱਠਿਆਂ ਦੀ ਵਾਰ ਵੀ ਕਾਫੀ ਚਰਚਿਤ ਵਾਰ ਹੈ। ਇਹਨਾਂ ਪ੍ਰਮੁੱਖ ਵਾਰ ਰਚਨਾਵਾਂ ਤੋਂ ਬਿਨਾਂ ਹੋਰ ਵੀ ਕਈ ਰਚਨਾਵਾਂ ਮਿਲਦੀਆਂ ਹਨ। ਵਾਰ ਸਾਹਿਤ ਦਾ ਰੂਪ ਹੈ ਜਿਸ ਉੱਤੇ ਆਧੁਨਿਕ ਕਵੀਆਂ ਨੇ ਵੀ ਰਚਨਾਵਾਂ ਰਚੀਆਂ ਹਨ, ਪਰ ਮੱਧਕਾਲੀ ਵਾਰਾਂ ਅਤੇ ਆਧੁਨਿਕ ਵਾਰਾਂ ਦੇ ਵਿਸ਼ੇ ਦੇ ਆਧਾਰ ਤੇ ਬਹੁਤ ਫਰਕ ਹੈ। ਆਧੁਨਿਕ ਦੌਰ ਵਿੱਚ ਮਨੁੱਖੀ ਸੰਘਰਸ਼ ਦੀ ਦਾਸਤਾਂ ਅਤੇ ਮਸਲੇ ਨੇ ਜਿਹੜੇ ਉਹ ਬਦਲ ਗਏ ਹਨ, ਜਿਸ ਕਾਰਨ ਵਾਰ ਦਾ ਬਾਹਰੀ ਤੇ ਅੰਦਰੂਨੀ ਸਰੂਪ ਕਾਫੀ ਬਦਲ ਗਿਆ ਹੈ। ਵੀਰ ਕਾਵਧਾਰਾ ਸਰਹੱਦੀ ਇਲਾਕਿਆਂ ਵਿੱਚ ਵਿਕਸਿਤ ਹੋਈ। ਪ੍ਰਮੁੱਖ ਤੌਰ ਤੇ ਪੰਜਾਬ ਅਤੇ ਰਾਜਸਥਾਨ ਵਿੱਚ ਲਿਖੀਆਂ ਵੀਰ ਰਸੀ ਰਚਨਾਵਾਂ ਦਾ ਕਾਫੀ ਮਹੱਤਵ ਮੰਨਿਆ ਜਾਂਦਾ ਹੈ। ਵਾਰਧਾਰਾ ਦਾ ਸੰਬੰਧ ਪੂਰਵ ਨਾਨਕ ਕਾਲ ਨਾਲ ਹੈ। ਜੇ ਕਿਹਾ ਜਾਏ ਕਿ ਬਾਣੀ ਧਾਰਾ ਜਿੰਨੀ ਉਮਰ ਹੀ ਵਾਰਧਾਰਾ ਦੀ ਹੈ ਤਾਂ ਇਹ ਵੀ ਗਲਤ ਨਹੀਂ ਹੋਵੇਗਾ। ਬਾਣੀ ਧਾਰਾ ਦਾ ਆਰੰਭ 9ਵੀਂ 10ਵੀਂ ਸਦੀ ਤੋਂ ਹੋ ਜਾਂਦਾ ਹੈ। ਇਸੇ ਤਰ੍ਹਾਂ ਸੂਫੀ ਧਾਰਾ ਦਾ ਆਰੰਭ ਵੀ 11ਵੀਂ ਸਦੀ ਵਿੱਚ ਹੁੰਦਾ ਹੈ। ਗੁਰੂ ਨਾਨਕ ਦੇਵ ਜੀ ਦਾ ਸਮਾਂ 1469 ਤੋਂ 1539 ਈਸਵੀ ਦਾ ਹੈ।
ਵਾਰ ਕਾਵਿ ਦੀਆਂ ਪਹਿਲੀਆਂ ਪ੍ਰਮਾਣਿਕ ਰਚਨਾਵਾਂ ਗੁਰੂ ਨਾਨਕ ਦੇਵ ਦੁਆਰਾ ਰਚਿਤ ਵਾਰਾਂ ਹਨ, ਪਰ ਆਸਾ ਦੀ ਵਾਰ ਉੱਪਰ ਦਰਜ ਧੁਨੀ ਤੋਂ ਇਹ ਸੰਕੇਤ ਮਿਲਦਾ ਹੈ ਕਿ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਵੀ ਵਾਰ ਰਚਨਾ ਹੋ ਚੁੱਕੀ ਸੀ। ਵਾਰ ਕਾਵਿ ਵਿਧਾ ਪੰਜਾਬੀ ਸਾਹਿਤ ਦਾ ਮੌਲਿਕ ਰੂਪ ਹੈ। ਵਾਰ ਕਾਵਿ ਦੇ ਇਤਿਹਾਸਕ ਕਾਰਨਾਂ ਵਿੱਚ ਨਾ ਉਲਝ ਕੇ ਇੰਨਾ ਜਾਣ ਲੈਣਾ ਕਾਫੀ ਹੈ ਕਿ ਬਾਣੀ ਧਾਰਾ ਦੇ ਨਾਲ-ਨਾਲ ਲੋਕ ਧਾਰਾ ਵੀ ਜਨਤਾ ਦੀ ਦਿਲਚਸਪੀ ਦਾ ਕਾਰਨ ਬਣ ਚੁੱਕੀ ਸੀ ਤੇ ਵਾਰ ਦਾ ਪਹਿਲਾ ਰੂਪ ਲੋਕ ਵਾਰਾਂ ਹੀ ਹਨ। ਗੁਰੂ ਨਾਨਕ ਦੇਵ ਜੀ ਨੇ ਇਸ ਕਾਵਿ ਰੂਪ ਦੀ ਬਿਰਤੀ ਅਧਿਆਤਮਿਕਤਾ ਵੱਲ ਮੋੜੀ, ਜਾਣੀ ਲੋਕ ਵਾਰ ਤੋਂ ਉਹ ਅਧਿਆਤਮਿਕਤਾ ਵੱਲ ਵਾਰ ਨੂੰ ਲੈ ਕੇ ਆਏ। ਗੁਰੂ ਅੰਗਦ ਦੇਵ ਅਤੇ ਗੁਰੂ ਤੇਗ ਬਹਾਦਰ ਜੀ ਨੂੰ ਛੱਡ ਕੇ ਸਾਰੇ ਬਾਣੀਕਾਰ ਗੁਰੂ ਸਾਹਿਬਾਨ ਨੇ ਵਾਰ ਰਚਨਾ ਕੀਤੀ ਹੈ। ਗੁਰੂ ਗ੍ਰੰਥ ਸਾਹਿਬ ਵਿੱਚ 22 ਵਾਰਾਂ ਦਰਜ ਹਨ। ਧਿਆਨ ਰਹੇ, ਕਿਸੇ ਸੰਤ ਭਗਤ ਨੇ ਇਹ ਵਾਰ ਰਚਨਾ ਨਹੀਂ ਕੀਤੀ। ਪੰਚਮ ਗੁਰੂ ਤੋਂ ਬਾਅਦ ਭਾਈ ਗੁਰਦਾਸ ਜੀ ਨੇ 39 ਅਧਿਆਤਮਿਕ ਵਾਰਾਂ ਦੀ ਸਿਰਜਣਾ ਕੀਤੀ। ਇਸੇ ਤਰ੍ਹਾਂ 10ਵੇਂ ਗੁਰੂ ਨੇ ਚੰਡੀ ਦੀ ਵਾਰ ਦੀ ਰਚਨਾ ਕੀਤੀ, ਜੋ ਨਿਰੋਲ ਅਧਿਆਤਮਿਕ ਨਹੀਂ ਕਹੀ ਜਾ ਸਕਦੀ। ਉਸ ਵਿੱਚ ਪੌਰਾਣਿਕ ਪਾਤਰਾਂ ਨੂੰ ਅਧਿਆਤਮਿਕ ਰੰਗ ਵਿੱਚ ਪੇਸ਼ ਕੀਤਾ ਗਿਆ ਹੈ। ਇਸ ਤਰ੍ਹਾਂ ਇਹ ਸਪਸ਼ਟ ਹੈ ਕਿ ਕਾਵਿ ਦੀ ਯਾਤਰਾ ਵਿਕਾਸ ਮੁਖੀ ਹੈ। ਵਾਰ ਦਾ ਪਹਿਲਾ ਪੜਾਅ ਲੋਕਵਾਰ, ਦੂਜਾ ਪੜਾਅ ਅਧਿਆਤਮਿਕ ਵਾਰ ਤੇ ਤੀਜਾ ਪੜਾਅ ਇਤਿਹਾਸਿਕ ਵਾਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਵਾਰ ਰੂਪ ਹਮੇਸ਼ਾ ਦੁਪੱਖਾ ਹੁੰਦਾ ਹੈ। ਦੋ ਵਿਰੋਧੀ ਜੁੱਟ ਜਾਂ ਕਹਿ ਲਈਏ ਦੋ ਧੜੇ, ਦੋ ਵਰਗਾਂ ਨੂੰ ਸਿਰਜਣਾ ਇਸ ਦਾ ਬੁਨਿਆਦੀ ਗੁਣ ਹੈ, ਬੁਨਿਆਦੀ ਲੱਛਣ ਹੈ। ਦੋ ਵਿਰੋਧੀ ਜੁੱਟ ਸਿਰਜਣਾ ਵਾਰ ਦਾ ਇੱਕ ਅਜਿਹਾ ਲੱਛਣ ਹੈ ਜਿਸ ਦਾ ਪ੍ਰਯੋਗ ਲੋਕਜਾਨਿਕ, ਅਧਿਆਤਮਕ ਅਤੇ ਇਤਿਹਾਸਕ ਹਰ ਤਰ੍ਹਾਂ ਦੀ ਵਾਰ ਵਿੱਚ ਹੋਇਆ ਹੈ। ਇਸ ਵਿਰੋਧ ਜੁੱਟ ਦਾ ਨਾਮ ਨਾਇਕ, ਖਲਨਾਇਕ ਜਾਂ ਪੱਖੀ ਤੇ ਵਿਰੋਧੀ ਜੁੱਟ ਹੋ ਸਕਦਾ ਹੈ। ਪੰਜਾਬੀ ਵਾਰ ਸਾਹਿਤ ਦਾ ਮੁੱਖ ਪਛਾਣ ਚਿੰਨ੍ਹ ਵੀਰ ਰਸ ਦਾ ਧਾਰਨੀ ਹੋਣਾ ਹੈ, ਪਰ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਅਧਿਆਤਮਿਕ ਵਾਰਾਂ ਇਹ ਵੀਰ ਰਸੀ ਨਹੀਂ ਹਨ। ਵੀਰ ਰਸ ਦਾ ਸੰਬੰਧ ਵਧੇਰੇ ਕਰਕੇ ਇਤਿਹਾਸਕ ਵਾਰ ਜਾਂ ਲੋਕ ਵਾਰ ਨਾਲ ਹੈ, ਪਰ ਇਸ ਦਾ ਇਹ ਅਰਥ ਹਰਗਿਜ਼ ਨਹੀਂ ਕਿ ਅਧਿਆਤਮਿਕ ਵਾਰ ਵੀਰ ਰਸੀ ਹੋ ਹੀ ਨਹੀਂ ਸਕਦੀ। ਚੰਡੀ ਦੀ ਵਾਰ ਪੰਜਾਬੀ ਸਾਹਿਤ ਵਿੱਚ ਪੇਸ਼ ਹੋਏ ਵੀਰ ਰਸ ਦਾ ਵੀ ਉੱਤਮ ਨਮੂਨਾ ਹੈ। ਇੱਥੋਂ ਇਹ ਸੰਕੇਤ ਮਿਲਦਾ ਹੈ ਕਿ ਵੀਰ ਰਸੀ ਵਾਰ ਲਈ ਬਿਰਤਾਂਤ ਦਾ ਹੋਣਾ ਲਾਜ਼ਮੀ ਹੈ, ਜਿਵੇਂ ਕਿ ਚੰਡੀ ਦੀ ਵਾਰ ਬਿਰਤਾਂਤਿਕ ਵਾਰ ਹੈ। ਇਸ ਤੋਂ ਉਲਟ ਅਧਿਆਤਮਿਕ ਵਾਰ ਬਿਰਤਾਂਤ ਮੁਕਤ ਰਚਨਾ ਹੁੰਦੀ ਹੈ। ਅਧਿਆਤਮਿਕਤਾ ਦਾ ਸੰਬੰਧ ਸਿਧਾਂਤ ਨਾਲ ਹੈ। ਸੋ ਅਧਿਆਤਮਿਕ ਵਾਰਾਂ ਦਾਰਸ਼ਨਿਕ ਬਿਰਤੀ ਵਾਲੀਆਂ ਹੁੰਦੀਆਂ ਹਨ। ਲੋਕ ਵਾਰਾਂ ਅਤੇ ਇਤਿਹਾਸਿਕ ਵਾਰਾਂ ਬਿਰਤਾਂਤ ਮੁੱਖ ਹਨ। ਇਹ ਵਿਅਕਤੀ ਵਿਸ਼ੇਸ਼ ਨੂੰ ਨਾਟਕੀ ਸ਼ੈਲੀ ਰਾਹੀਂ ਇੱਕ ਖਾਸ ਸਥਿਤੀ ਵਿੱਚ ਵਿਚਰਦੇ ਦਿਖਾਉਂਦੀਆਂ ਹਨ। ਇਹਨਾਂ ਵਾਰਾਂ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਇਹ ਤਤਕਾਲੀਨ ਸਮਾਜਿਕ ਯਥਾਰਥ ਨੂੰ ਗਲਪ ਬਿੰਬ ਰਾਹੀਂ ਉਸਾਰਦੀਆਂ ਹਨ। ਵਾਰ ਸਾਹਿਤ ਤਤਕਾਲੀਨ ਸਾਂਸਕ੍ਰਿਤਿਕ ਝਾਕੀ ਨੂੰ ਇਸ ਤਰ੍ਹਾਂ ਪੇਸ਼ ਕਰਦਾ ਹੈ ਕਿ ਤਤਕਾਲੀਨ ਯਥਾਰਥ ਸਾਡੇ ਸਾਹਮਣੇ ਉਜਾਗਰ ਹੋ ਜਾਂਦਾ ਹੈ। ਇਸ ਤੋਂ ਉਲਟ ਅਧਿਆਤਮਿਕ ਵਾਰਾਂ ਬਿਰਤਾਂਤ ਬਿਰਤੀ ਦਾ ਤਿਆਗ ਕਰਦੀਆਂ ਹਨ, ਬਿਰਤਾਂਤ ਮੁਕਤ ਹੁੰਦੀਆਂ ਹਨ। ਵਰਣਨ ਇਹਨਾਂ ਦੀ ਮੂਲ ਯੁਕਤ ਹੁੰਦੀ ਹੈ। ਅਧਿਆਤਮਿਕ ਵਾਰਾਂ ਦੇ ਸ਼ਲੋਕ ਵਿਸ਼ੇਸ਼ ਕਰਕੇ ਤਤਕਾਲੀਨ ਸਮਾਜਿਕ ਯਥਾਰਥ ਨੂੰ ਸਮਰਪਿਤ ਹਨ ਤੇ ਉਹਨਾਂ ਦੀਆਂ ਪੌੜੀਆਂ ਅਮੂਰਤ ਸੰਬੋਧਾਂ ਨੂੰ। ਲੋਕ ਇਤਿਹਾਸਕ ਵਾਰ ਮਨੁੱਖ ਕੇਂਦਰਿਤ ਹੈ ਅਤੇ ਅਧਿਆਤਮਿਕ ਵਾਰ ਬ੍ਰਹਮ ਕੇਂਦਰਿਤ। ਲੋਕ ਇਤਿਹਾਸਕ ਵਾਰ ਦਾ ਨਾਇਕ ਲੜਦਾ ਹੈ, ਜੂਝਦਾ ਹੈ, ਦੁੱਖ ਸਹਿੰਦਾ ਹੈ ਤੇ ਮਰਦਾ ਹੈ ਜਾਂ ਫਿਰ ਜਿੱਤ ਪ੍ਰਾਪਤ ਕਰਦਾ ਹੈ। ਇਸ ਦੇ ਉਲਟ ਅਧਿਆਤਮਿਕ ਵਾਰ ਦਾ ਨਾਇਕ ਅਮੂਰਤ, ਅਕੱਥ, ਅਗੋਚਰ ਅਤੇ ਅਗੰਮ ਹੈ। ਉਸ ਦਾ ਕਥਨ ਤਰਕ ਦੀ ਪੱਧਰ ਉੱਪਰ ਨਹੀਂ ਕੀਤਾ ਜਾ ਸਕਦਾ, ਉਹ ਰਹੱਸ ਦਾ ਵਿਸ਼ਾ ਹੈ। ਲੋਕ ਇਤਿਹਾਸਕ ਵਾਰ ਵਿੱਚ ਟਕਰਾਓ ਦੀ ਸਥਿਤੀ ਕਈ ਵਾਰ ਪੈਦਾ ਹੁੰਦੀ ਹੈ ਤੇ ਵਿਣਸ ਜਾਂਦੀ ਹੈ। ਅਧਿਆਤਮਿਕ ਵਾਰ ਵਿੱਚ ਮਨੁੱਖ ਨਾ ਨਾਇਕ ਹੈ ਤੇ ਨਾ ਖਲਨਾਇਕ। ਇਸ ਵਿੱਚ ਮਨੁੱਖ ਦੀ ਸੰਕਲਪਕ ਹੋਂਦ ਹੈ। ਫਲਸਵਰੂਪ ਅਧਿਆਤਮਿਕ ਵਾਰ ਵਿੱਚ ਮਨੁੱਖ ਤੇ ਬ੍ਰਹਮ ਦੇ
ਪਰਸਪਰ ਰਿਸ਼ਤੇ ਵਿੱਚੋਂ ਪੈਦਾ ਹੋਇਆ ਦਵੰਦਾਤਮਕ ਤਣਾਅ ਹੈ। ਇਹ ਤਣਾਅ ਹੀ ਰਹਿੰਦਾ ਹੈ, ਸੁਲਝਾਓ ਦੀ ਸਥਿਤੀ ਪੈਦਾ ਹੀ ਨਹੀਂ ਹੁੰਦੀ। ਇਸ ਦਾ ਮੂਲ ਕਾਰਨ ਇਹ ਹੈ ਕਿ ਇਸ ਦਾ ਨਾਇਕ ਬ੍ਰਹਮ ਨਿਸ਼ਚਲ ਅਤੇ ਨਿਸ਼ਕ੍ਰਿਆ ਹੈ। ਅਧਿਆਤਮਿਕ ਵਾਰਾਂ ਇੱਕ ਪਾਸੇ ਬ੍ਰਹਮ ਦੀ ਬ੍ਰਹਮਤਾ ਨੂੰ ਪੇਸ਼ ਕਰਦੀਆਂ ਹਨ ਤੇ ਦੂਜੇ ਪਾਸੇ ਮਨੁੱਖ ਦੇ ਮਨੁੱਖੀਪਨ ਨੂੰ। ਲੋਕ ਇਤਿਹਾਸਕ ਵਾਰ ਦਾ ਕੇਂਦਰੀ ਪ੍ਰੇਰਕ ਤੱਤ ਟਕਰਾਓ ਹੈ ਤੇ ਅਧਿਆਤਮਿਕ ਵਾਰ ਦਾ ਦਵੰਦਾਤਮਕ ਤਣਾਅ। ਲੋਕ ਇਤਿਹਾਸਕ ਵਾਰ ਦੇ ਪ੍ਰੇਰਕ ਮੁੱਲ ਸਮਾਜਿਕ ਹਨ ਤੇ ਇਸ ਦੇ ਉਲਟ ਅਧਿਆਤਮਿਕ ਵਾਰ ਦੇ ਮੁੱਲ ਅਧਿਆਤਮਿਕ ਹੀ ਹੁੰਦੇ ਹਨ। ਧਿਆਨ ਰਹੇ, ਕੋਈ ਵੀ ਰਚਨਾ ਨਿਰੋਲ ਇੱਕ ਮੁੱਲ ਦੀ ਧਾਰਨੀ ਨਹੀਂ ਹੁੰਦੀ, ਸਗੋਂ ਉਸ ਵਿੱਚ ਦੋਹਰੇ ਮੁੱਲ ਵੀ ਹੋ ਸਕਦੇ ਹਨ। ਜਿਵੇਂ ਕਿ ਆਸਾ ਦੀ ਵਾਰ, ਇਸ ਵਿੱਚ ਅਧਿਆਤਮਿਕ ਅਤੇ ਸਮਾਜਿਕ ਮੁੱਲ ਦਿਖਾਈ ਦਿੰਦੇ ਹਨ। ਇਸੇ ਤਰ੍ਹਾਂ ਲੋਕ ਇਤਿਹਾਸਕ ਵਾਰਾਂ ਦੇ ਮੁੱਲ ਨੈਤਿਕ ਜਾਂ ਸਮਾਜਿਕ ਹੁੰਦੇ ਹਨ। ਲੋਕ ਇਤਿਹਾਸਕ ਵਾਰਾਂ ਵਿੱਚ ਕਾਵਿ ਨਿਆਂ ਨੂੰ ਸਲਾਹੁਣਯੋਗ ਸਥਾਨ ਮਿਲਿਆ ਹੈ। ਨਾਇਕ ਦੀ ਜਿੱਤ ਤੇ ਖਲਨਾਇਕ ਦੀ ਹਾਰ ਇਹਨਾਂ ਵਾਰਾਂ ਵਿੱਚ ਆਮ ਦਿਖਾਈ ਦਿੰਦੀ ਹੈ। ਭਾਵੇਂ ਕਦੇ-ਕਦੇ ਖਲਨਾਇਕ ਵੀ ਖੂਬ ਜ਼ੋਰ ਦਿਖਾਉਂਦਾ ਹੈ, ਪਰ ਲੋਕ ਇਤਿਹਾਸਕ ਵਾਰ ਵਿੱਚ ਖਲਨਾਇਕ ਜ਼ੋਰ ਦਿਖਾਉਣ ਤੋਂ ਬਾਅਦ ਹਾਰ ਜਾਂਦਾ ਹੈ। ਇਸ ਦੇ ਉਲਟ ਅਧਿਆਤਮਿਕ ਵਾਰ ਵਿੱਚ ਕਾਵਿ ਨਿਆਂ ਦਾ ਸੰਕਲਪ ਤਾਂ ਮੌਜੂਦ ਹੈ, ਪਰ ਇਹ ਇੱਕ ਪਾਸੜ ਹੈ। ਅਧਿਆਤਮਿਕ ਵਾਰ ਦਾ ਨਾਇਕ ਸਦਾ ਬ੍ਰਹਮੀ ਹੈ ਜੋ ਸਦਾ ਜਿੱਤਦਾ ਹੈ। ਅਧਿਆਤਮਿਕ, ਇਤਿਹਾਸਕ ਤੇ ਲੋਕ ਵਾਰ ਤਿੰਨਾਂ ਦੀ ਪ੍ਰਮੁੱਖ ਪਛਾਣ ਮਹਿਮਾ ਮੁਖੀ ਹੋਣਾ ਹੈ। ਤਿੰਨੇ ਆਪੋ ਆਪਣੇ ਨਾਇਕ ਦੀ ਮਹਿਮਾ ਕਰਦੀਆਂ ਹਨ, ਉਸ ਨੂੰ ਖਲਨਾਇਕ ਨਾਲੋਂ ਉੱਤਮ ਸਥਾਪਿਤ ਕਰਦੀਆਂ ਹਨ। ਵਾਰ ਕਾਵਿ ਦਾ ਸਰਵ ਵਿਆਪਕ ਗੁਣ ਮਹਿਮਾ ਮੁਖਤਾ ਹੀ ਹੈ। ਇਹ ਮਹਿਮਾ ਚਾਹੇ ਮਨੁੱਖ ਦੀ ਹੈ ਜਾਂ ਬ੍ਰਹਮ ਦੀ, ਭਾਵੁਕ ਹੈ ਜਾਂ ਦਾਰਸ਼ਨਿਕ, ਪਰ ਹੈ ਤਾਂ ਇਹ ਯਸ਼ ਕੀਰਤੀ ਹੀ। ਸੋ ਲੇਖ ਵਾਰਤਾਰਾ। ਇਸ ਲੇਖ ਤੋਂ ਬਾਅਦ ਇਸ ਤੇ ਆਧਾਰਿਤ ਪ੍ਰਸ਼ਨ ਅਤੇ ਉਹਨਾਂ ਦੇ ਉੱਤਰ ਇਸ ਪ੍ਰਕਾਰ ਹਨ। ਪ੍ਰਸ਼ਨ, ਵਾਰਤਾਰਾ ਕਿੰਨੀ ਪੁਰਾਣੀ ਹੈ? ਇਸ ਦਾ ਉੱਤਰ ਹੈ, ਵਾਰਤਾਰਾ ਦਾ ਸੰਬੰਧ ਪੂਰਵ ਨਾਨਕ ਕਾਲ ਨਾਲ ਹੈ। ਇਸ ਦਾ ਆਰੰਭ ਬਾਣੀ ਧਾਰਾ ਦੇ ਨਾਲ ਹੀ 9ਵੀਂ 10ਵੀਂ ਸਦੀ ਵਿੱਚ ਹੋਇਆ ਮੰਨਿਆ ਜਾਂਦਾ ਹੈ। ਪ੍ਰਸ਼ਨ, ਕਿਹੜੇ-ਕਿਹੜੇ ਗੁਰੂ ਸਾਹਿਬ ਨੇ ਵਾਰ ਰਚਨਾ ਕੀਤੀ? ਗੁਰੂ ਨਾਨਕ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਵਾਰ ਰਚਨਾ ਕੀਤੀ। ਸਾਨੂੰ 7 ਗੁਰੂਆਂ ਦੀ ਬਾਣੀ ਮਿਲਦੀ ਹੈ। 6 ਗੁਰੂਆਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਨਹੀਂ ਹੈ। ਇਹਨਾਂ 7 ਗੁਰੂਆਂ ਵਿੱਚੋਂ ਦੂਜੇ ਗੁਰੂ ਅੰਗਦ ਦੇਵ ਜੀ ਅਤੇ 9ਵੇਂ ਗੁਰੂ ਤੇਗ ਬਹਾਦਰ ਜੀ ਨੇ ਵਾਰ ਰਚਨਾ ਨਹੀਂ ਕੀਤੀ। ਬਾਕੀ ਗੁਰੂ ਸਾਹਿਬਾਨ ਨੇ ਵਾਰ ਦੀ ਰਚਨਾ ਕੀਤੀ ਹੈ। ਪ੍ਰਸ਼ਨ ਹੈ, ਵਾਰ ਕਾਵਿ ਨੇ ਕਿਹੜੇ-ਕਿਹੜੇ ਵਿਕਾਸ ਪੜਾਅ ਪਾਰ ਕੀਤੇ? ਇਸ ਦਾ ਉੱਤਰ ਹੈ, ਵਾਰ ਕਾਵਿ ਨੇ ਇਹਨਾਂ ਵਿਕਾਸ ਪੜਾਵਾਂ ਨੂੰ ਪਾਰ ਕੀਤਾ। ਪਹਿਲਾ ਲੋਕ ਵਾਰ, ਦੂਜਾ ਅਧਿਆਤਮਿਕ ਵਾਰ ਤੇ ਤੀਜਾ ਇਤਿਹਾਸਕ ਵਾਰ। ਪ੍ਰਸ਼ਨ, ਵਾਰ ਰੂਪ ਹਮੇਸ਼ਾ ਦੋ ਪੱਖਾ ਹੁੰਦਾ ਹੈ, ਕਿਵੇਂ? ਵਾਰ ਵਿੱਚ ਹਮੇਸ਼ਾ ਦੋ ਵਿਰੋਧੀ ਜੁੱਟਾਂ, ਦੋ ਧੜਿਆਂ ਜਾਂ ਦੋ ਵਰਗਾਂ ਨੂੰ ਪੇਸ਼ ਕੀਤਾ ਜਾਂਦਾ ਹੈ। ਇਹਨਾਂ ਨੂੰ ਅਸੀਂ ਨਾਇਕ, ਖਲਨਾਇਕ ਜਾਂ ਪੱਖੀ ਤੇ ਵਿਰੋਧੀ ਜੁੱਟ ਕਹਿ ਸਕਦੇ ਹਾਂ। ਪੰਜਾਬੀ ਵਾਰ ਦਾ ਮੁੱਖ ਪਛਾਣ ਚਿੰਨ੍ਹ ਕੀ ਹੈ? ਪੰਜਾਬੀ ਵਾਰ ਦਾ ਮੁੱਖ ਪਛਾਣ ਚਿੰਨ੍ਹ ਇਸ ਦਾ ਵੀਰ ਰਸੀ ਕਾਵਿ ਹੋਣਾ ਹੈ। ਉਂਝ ਅਧਿਆਤਮਿਕ ਵਾਰਾਂ ਵੀਰ ਰਸੀ ਨਹੀਂ ਹਨ। ਪ੍ਰਸ਼ਨ ਹੈ, ਕਿਹੜੀਆਂ ਵਾਰਾਂ ਬਿਰਤਾਂਤ ਮੁੱਖ ਹਨ ਤੇ ਕਿਹੜੀਆਂ ਬਿਰਤਾਂਤ ਤੋਂ ਮੁਕਤ? ਪੰਜਾਬੀ ਵਿੱਚ ਲੋਕ ਤੇ ਇਤਿਹਾਸਕ ਵਾਰਾਂ ਬਿਰਤਾਂਤ ਮੁੱਖ ਹਨ, ਪਰ ਜਿਹੜੀਆਂ ਅਧਿਆਤਮਿਕ ਵਾਰਾਂ ਨੇ ਉਹ ਬਿਰਤਾਂਤ ਤੋਂ ਮੁਕਤ ਹਨ। ਇਸ ਤੋਂ ਬਾਅਦ ਪ੍ਰਸ਼ਨ, ਲੋਕ ਇਤਿਹਾਸਕ ਵਾਰ ਵਿੱਚ ਤਤਕਾਲੀਨ ਯਥਾਰਥ ਕਿਵੇਂ ਉਜਾਗਰ ਹੁੰਦਾ ਹੈ? ਤਾਂ ਇਸ ਦਾ ਉੱਤਰ ਹੈ, ਲੋਕ ਇਤਿਹਾਸਕ ਵਾਰਾਂ ਵਿੱਚ ਤਤਕਾਲੀਨ ਸਮਾਜਿਕ ਯਥਾਰਥ ਨੂੰ ਗਲਪ ਬਿੰਬ ਰਾਹੀਂ ਪੇਸ਼ ਕੀਤਾ ਗਿਆ ਹੈ, ਗਲਪ ਪ੍ਰਤੀਕਾਂ ਰਾਹੀਂ ਪੇਸ਼ ਕੀਤਾ ਗਿਆ ਹੈ। ਇਸ ਕਰਕੇ ਇਹਨਾਂ ਵਿੱਚ ਤਤਕਾਲੀਨ ਯਥਾਰਥ ਉਜਾਗਰ ਹੋਇਆ ਹੈ। ਪ੍ਰਸ਼ਨ, ਅਧਿਆਤਮਿਕ ਵਾਰਾਂ ਦੇ ਸ਼ਲੋਕਾਂ ਤੇ ਪੌੜੀਆਂ ਵਿੱਚ ਕੀ ਪੇਸ਼ ਕੀਤਾ ਗਿਆ ਹੈ? ਅਧਿਆਤਮਿਕ ਵਾਰਾਂ ਦੇ ਸ਼ਲੋਕ ਵਿਸ਼ੇਸ਼ ਕਰਕੇ ਤਤਕਾਲੀਨ ਸਮਾਜਿਕ ਯਥਾਰਥ ਨੂੰ ਸਮਰਪਿਤ ਹਨ ਤੇ ਅਧਿਆਤਮਿਕ ਵਾਰਾਂ ਦੀਆਂ ਪੌੜੀਆਂ
ਅਮੂਰਤ ਸੰਬੋਧਾਂ ਨੂੰ ਸਮਰਪਿਤ ਹਨ। ਇਸ ਤੋਂ ਬਾਅਦ ਪ੍ਰਸ਼ਨ, ਲੋਕ ਇਤਿਹਾਸਕ ਵਾਰ ਦੇ ਨਾਇਕ ਅਤੇ ਅਧਿਆਤਮਿਕ ਵਾਰ ਦੇ ਨਾਇਕ ਵਿੱਚ ਕੀ ਫਰਕ ਹੈ? ਲੋਕ ਵਾਰ ਤੇ ਇਤਿਹਾਸਿਕ ਵਾਰ ਦਾ ਨਾਇਕ ਸਦਾ ਲੜਾਈ ਲੜਦਾ, ਮਰਦਾ ਮਾਰਦਾ ਤੇ ਦੁੱਖ ਸਹਿੰਦਾ ਹੈ, ਪਰ ਅਧਿਆਤਮਿਕ ਵਾਰ ਦਾ ਨਾਇਕ ਅਮੂਰਤ, ਅਕੱਤ ਅਤੇ ਅਗੋਚਰ ਹੁੰਦਾ ਹੈ। ਅਧਿਆਤਮਿਕ ਵਾਰ ਵਿੱਚ ਮਨੁੱਖ ਦੀ ਸਥਿਤੀ ਕੀ ਹੈ? ਅਧਿਆਤਮਿਕ ਵਾਰ ਵਿੱਚ ਮਨੁੱਖ ਨਾ ਨਾਇਕ ਹੈ ਤੇ ਨਾ ਹੀ ਖਲਨਾਇਕ, ਉਸ ਦੀ ਹੋਂਦ ਸੰਕਲਪਕ ਹੈ। ਪ੍ਰਸ਼ਨ, ਲੋਕ ਇਤਿਹਾਸਿਕ ਵਾਰ ਤੇ ਅਧਿਆਤਮਿਕ ਵਾਰ ਦਾ ਪ੍ਰੇਰਕ ਤੱਤ ਕੀ ਹੈ? ਲੋਕ ਇਤਿਹਾਸਿਕ ਵਾਰ ਦਾ ਕੇਂਦਰੀ ਪ੍ਰੇਰਕ ਤੱਤ ਟਕਰਾਓ ਹੈ, ਪਰ ਅਧਿਆਤਮਿਕ ਵਾਰ ਦਾ ਦਵੰਦਾਤਮਕ ਤਣਾਓ। ਆਸਾ ਦੀ ਵਾਰ ਵਿਚਲੇ ਮੁੱਲ ਕਿਸ ਤਰ੍ਹਾਂ ਦੇ ਹਨ? ਆਸਾ ਦੀ ਵਾਰ ਵਿੱਚ ਸਾਨੂੰ ਦੋਨੇ ਤਰ੍ਹਾਂ ਦੇ ਮੁੱਲ ਦਿਖਾਈ ਦਿੰਦੇ ਹਨ। ਇਸ ਵਿੱਚ ਸਮਾਜਿਕ ਮੁੱਲ ਵੀ ਹਨ ਤੇ ਅਧਿਆਤਮਿਕ ਵੀ। ਇਸ ਤੋਂ ਬਾਅਦ ਅਧਿਆਤਮਿਕ, ਇਤਿਹਾਸਕ ਤੇ ਲੋਕਵਾਰ ਤਿੰਨਾਂ ਦਾ ਮੁੱਖ ਪਛਾਣ ਚਿੰਨ੍ਹ ਕੀ ਹੈ? ਤਿੰਨੇ ਪ੍ਰਕਾਰ ਦੀਆਂ ਵਾਰਾਂ ਮਹਿਮਾ ਮੁਖੀ ਹਨ। ਤਿੰਨੇ ਆਪਣੇ ਨਾਇਕ ਦੀ ਮਹਿਮਾ ਕਰਕੇ ਉਸ ਨੂੰ ਖਲਨਾਇਕ ਨਾਲੋਂ ਉੱਤਮ ਸਥਾਪਿਤ ਕਰਦੀਆਂ ਹਨ। ਪ੍ਰਸ਼ਨ, ਵਾਰ ਕਾਵਿ ਦੀਆਂ ਪਹਿਲੀਆਂ ਪ੍ਰਮਾਣਿਕ ਰਚਨਾਵਾਂ ਕਿਹੜੀਆਂ ਹਨ? ਗੁਰੂ ਨਾਨਕ ਦੇਵ ਜੀ ਦੀਆਂ ਵਾਰਾਂ ਪਹਿਲੀਆਂ ਪ੍ਰਮਾਣਿਕ ਰਚਨਾਵਾਂ ਮੰਨੀਆਂ ਜਾਂਦੀਆਂ ਹਨ। ਪ੍ਰਸ਼ਨ, ਵਾਰਾਂ ਵਿੱਚ ਕਾਵਿ ਨਿਆਂ ਦਾ ਕੀ ਸਥਾਨ ਹੈ? ਇਸ ਦਾ ਉੱਤਰ ਹੈ, ਲੋਕ ਇਤਿਹਾਸਕ ਵਾਰਾਂ ਵਿੱਚ ਨਾਇਕ ਦੁਆਰਾ ਬਹਾਦਰ ਖਲਨਾਇਕ ਨੂੰ ਜਿੱਤਣ ਕਾਰਨ ਕਾਵਿ ਨਿਆਂ ਪ੍ਰਸ਼ੰਸਾਯੋਗ ਹੈ, ਪਰ ਅਧਿਆਤਮਿਕ ਵਾਰਾਂ ਵਿੱਚ ਬ੍ਰਹਮ ਸਦਾ ਜੇਤੂ ਹੈ, ਫਲਸਵਰੂਪ ਕਾਵਿ ਨਿਆਂ ਉਲਾਰ ਹੈ। ਪ੍ਰਸ਼ਨ, ਕਿਸ ਗੁਰੂ ਨੇ ਵਾਰ ਦੇ ਲੋਕ ਵਾਰ ਕਾਵਿ ਰੂਪ ਦੀ ਵਿਰਤੀ ਅਧਿਆਤਮਿਕ ਵਾਰ ਵੱਲ ਮੋੜੀ? ਇਸ ਦਾ ਉੱਤਰ ਹੈ ਜੀ, ਗੁਰੂ ਨਾਨਕ ਦੇਵ ਜੀ ਨੇ। ਗੁਰੂ ਗ੍ਰੰਥ ਸਾਹਿਬ ਵਿੱਚ ਕਿੰਨੀਆਂ ਅਧਿਆਤਮਿਕ ਵਾਰਾਂ ਦਰਜ ਹਨ? ਗੁਰੂ ਗ੍ਰੰਥ ਸਾਹਿਬ ਵਿੱਚ 22 ਅਧਿਆਤਮਿਕ ਵਾਰਾਂ ਦਰਜ ਹਨ। ਚੰਡੀ ਦੀ ਵਾਰ ਦੀ ਰਚਨਾ ਕਿਸ ਨੇ ਕੀਤੀ? ਤਾਂ ਚੰਡੀ ਦੀ ਵਾਰ ਹੈ ਜਿਹੜੀ ਉਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਹੈ। ਪ੍ਰਸ਼ਨ, ਚੰਡੀ ਦੀ ਵਾਰ ਦੇ ਪਾਤਰ ਕੌਣ ਹਨ? ਚੰਡੀ ਦੀ ਵਾਰ ਵਿੱਚ ਦੇਵਤੇ, ਦੁਰਗਾ ਦੇਵੀ ਤੇ ਰਾਖਸ਼ ਇਹ ਚੰਡੀ ਦੀ ਵਾਰ ਦੇ ਪਾਤਰ ਹਨ। ਪ੍ਰਸ਼ਨ, ਅਧਿਆਤਮਿਕ ਵਾਰਾਂ ਦਾ ਉਦੇਸ਼ ਕੀ ਹੈ? ਇਸ ਦਾ ਉੱਤਰ ਹੈ ਜੀ, ਅਧਿਆਤਮਿਕ ਵਾਰਾਂ ਦਾ ਉਦੇਸ਼ ਤਤਕਾਲੀਨ ਸਮਾਜਿਕ ਯਥਾਰਥ ਨੂੰ ਪੇਸ਼ ਕਰਨਾ ਰਿਹਾ ਹੈ। ਪ੍ਰਸ਼ਨ, ਭਾਈ ਗੁਰਦਾਸ ਦੀਆਂ ਅਧਿਆਤਮਿਕ ਵਾਰਾਂ ਦੀ ਗਿਣਤੀ ਕਿੰਨੀ ਹੈ? ਭਾਈ ਗੁਰਦਾਸ ਨੇ 39 ਅਧਿਆਤਮਿਕ ਵਾਰਾਂ ਦੀ ਰਚਨਾ ਕੀਤੀ। We work hard to make video. Please like and share. Subscribe channel Punjabi Whiteboard. Thanks for watching.